ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਜਿਉ ਭਾਵੇ ਤਿਉ ਸਾਰਸ ਦੇਵਾ। ਪ੍ਰਭ ਕੇ ਨਦਰ ਕਰੇ ਸੁਖ ਥੀਵਾ। ਸੁਣ ਮਹਿ ਪਾਲਕ ਹਿਰਦੈ ਵਿਚਾਰੇ। ਇਹ ਰੀਤ ਜੇ ਸਾਚ ਉਚਾਰੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉ ਭਾਵੇ ਤੋ ਸਾਰਸ ਦੇਵਾ। ਪ੍ਰਭ ਕੇ ਨਦਰ ਕਰੇ ਸੁਖ ਥੀਵਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਵਿੱਚ 11 ਤਰੀਕ ਸ਼ਾਮ ਨੂੰ ਆਪ ਜੀ ਨੇ ਸਰਵਣ ਕੀਤਾ ਸੀ, ਕਿਉਂਕਿ 12 ਤੇ 13 ਦੇ ਵਿਚਾਰ ਗੁਰੂ ਪਿਆਰਿਆਂ ਨੇ ਕੀਤੀ, ਇਸ ਕਰਕੇ 2 ਦਿਨ ਲੜੀਵਾਰ ਕਥਾ ਨਹੀਂ ਹੋਈ। ਔਰ 11 ਤਰੀਕ ਸ਼ਾਮ ਨੂੰ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ ਕਿ ਭਾਈ ਕਲਿਆਣਾ ਜੀ ਮੰਡੀ ਦੇ ਰਾਜੇ ਨੂੰ ਆਪਣੇ ਨਾਲ ਲੈ ਕੇ ਅੰਮ੍ਰਿਤਸਰ ਆਇਆ ਹੈ। ਔਰ ਇਸ ਰਾਜੇ ਦੇ ਮਨ ਵਿੱਚ ਬੜੀ ਸ਼ਰਧਾ, ਬੜੀ ਭਾਵਨਾ ਬਣੀ ਕਿ ਜਿਨ੍ਹਾਂ ਦੇ ਸਿੱਖ ਵਿੱਚ ਇੰਨੀਆਂ ਬਰਕਤਾਂ ਨੇ ਉਹ ਗੁਰੂ ਆਪ ਕਿੰਨਾ ਕੁ ਸਮਰੱਥ ਹੋਏਗਾ। ਜਦੋਂ ਰਾਜਾ ਸਤਿਗੁਰੂ ਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਇਆ, ਭੇਟਾਵਾਂ ਰੱਖ ਕੇ ਮੱਥਾ ਟੇਕਿਆ। ਔਰ ਮੱਥਾ ਟੇਕ ਕੇ ਭਾਵੇਂ ਗੁਰੂ ਸਾਹਿਬ ਜੀ ਨੇ ਉੱਚੀ ਥਾਂ 'ਤੇ ਆਪਣੇ ਕੋਲ ਬਿਠਾਉਣ ਦਾ ਇਸ਼ਾਰਾ ਕੀਤਾ ਸੀ, ਪਰ ਰਾਜਾ ਕਿਉਂਕਿ ਭਾਵਨਾ ਨਾਲ ਆਇਆ, ਉਹ ਆਮ ਸੰਗਤ ਦੇ ਵਿੱਚ ਬੈਠਾ ਹੈ। ਆਸਾ ਕੀ ਵਾਰ ਦੇ ਭੋਗ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਾ ਕਰਦੇ ਨੇ, ਵਿਚਾਰ ਕਰਦੇ ਨੇ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿਚਾਰ ਹੋ ਰਹੀ ਸੀ ਦੱਖਣੀ ਓਂਕਾਰ ਦੀ, ਜਿੰਦੇ ਵਿੱਚ ਇੱਕ ਪੰਕਤੀ ਗੁਰੂ ਸਾਹਿਬ ਨੇ ਉਚਾਰਨ ਕਰਕੇ ਸੁਣਾਈ ਕਿ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਕਿਉਂਕਿ ਅੱਖਰੀ ਅਰਥ ਜਿਹੜੇ ਨੇ ਉਹ ਆਮ ਸਮਝ ਲੱਗ ਜਾਂਦੇ ਨੇ, ਔਰ ਰਾਜੇ ਨੇ ਵੀ ਅੱਖਰੀ ਅਰਥ ਸਮਝ ਲਏ ਕਿ ਜੋ ਕਰਤਾਰ ਨੇ, ਰੱਬ ਨੇ, ਪਰਮੇਸ਼ਰ ਨੇ ਲਿਖ ਹੀ ਦਿੱਤਾ ਹੈ, ਤੇ ਜੇ ਉਹ ਲੇਖ ਮਿਟਦਾ ਹੀ ਨਹੀਂ ਤੇ ਫਿਰ ਸਾਨੂੰ ਗੁਰੂ ਧਾਰਨ ਕਰਨ ਦਾ ਕੀ ਲਾਭ, ਫਿਰ ਗੁਰੂ ਦੇ ਕੋਲ ਆਉਣ ਦਾ ਕੀ ਫਾਇਦਾ। ਇਵੇਂ ਦੇ ਵਿਚਾਰ ਇਸ ਰਾਜੇ ਦੇ ਮਨ ਵਿੱਚ ਆਈ। ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਗੁਰੂ ਸਾਹਿਬ ਜੀ ਵਿਚਾਰ ਕਰ ਰਹੇ ਨੇ ਕਿ ਲੇਖ ਨਹੀਂ ਮਿਟਦਾ। ਕਹਿੰਦੇ ਜੋ ਭਾਵੇ ਤਿਉ ਸਾਰਸ ਦੇਵਾ। ਪ੍ਰਭ ਕੇ ਨਦਰ ਕਰੇ ਸੁਖ ਦੇਵਾ। ਧੰਨ ਗੁਰੂ ਅਰਜਨ ਦੇਵ ਜੀ ਵਿਚਾਰ ਕਰਕੇ ਸਮਝਾ ਰਹੇ ਸਨ ਕਿ ਜਿਵੇਂ ਪ੍ਰਭੂ ਦੀ ਮਰਜ਼ੀ ਹੋਵੇ ਵੀ ਉਸੇ ਤਰ੍ਹਾਂ ਹੀ ਉਹ ਆਪਣੇ ਜੀਵਨ ਦੀ ਸਾਂਭ ਸੰਭਾਲ ਕਰਦਾ ਹੈ। ਜਿਵੇਂ ਉਹਦੀ ਨਜ਼ਰ ਸਵੱਲੀ ਹੋਵੇ ਉਵੇਂ ਦੇ ਸੁੱਖ ਮਿਲਦੇ ਨੇ। ਸੁਣ ਮਹਿ ਪਾਲਕ ਹਿਰਦੈ ਵਿਚਾਰੀ।
ਇਹ ਰੀਤ ਜੇ ਸੱਚ ਉਚਾਰੀ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਕਥਾ ਕਰ ਲਈ, ਰਾਜੇ ਦੇ ਮਨ ਵਿੱਚ ਉਹ ਸਵਾਲ ਬਾਰ-ਬਾਰ ਉੱਠਦਾ ਸੀ, ਬੇਨਤੀ ਕੀਤੀ ਉੱਠ ਕੇ ਕਿ ਸਤਿਗੁਰੂ ਜੀ, ਜੇ ਇਹ ਰੀਤ ਜਿਹੜੀ ਆਪ ਜੀ ਨੇ ਉਚਾਰਨ ਕੀਤੀ ਹੈ ਕਿ ਲੇਖ ਨਹੀਂ ਮਿਟਦਾ, ਕਰਤਾਰ ਦਾ ਲਿਖਿਆ ਹੋਇਆ ਉਹੀ ਹੁੰਦਾ ਹੈ, ਜੇ ਇਹ ਰੀਤ ਸੱਚ ਹੈ, ਜੇ ਇਹ ਬਾਣੀ ਸੱਚ ਹੈ, ਇਨ ਸੰਗ ਮਿਲਣ ਨੇਫਲ ਭਾ ਐਸੇ, ਲਿਖਿਆ ਮੇਟ ਨਾ ਸਕੀਐ ਕੈਸੇ। ਫਿਰ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਆਪ ਜੀ ਨੂੰ ਆ ਕੇ ਮਿਲਦੇ ਨੇ, ਮਿਲਣ ਦਾ ਕੀ ਫਲ ਵੀ? ਕੋਈ ਫਲ ਨਹੀਂ, ਫਿਰ ਤੇ ਫਾਇਦਾ ਹੀ ਕੋਈ ਨਹੀਂ। ਜੇ ਕਿਸੇ ਤਰ੍ਹਾਂ ਵੀ ਪ੍ਰਭੂ ਦਾ ਲਿਖਿਆ ਹੋਇਆ ਮਿਟਦਾ ਹੀ ਨਹੀਂ, ਤੇ ਫਿਰ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਆ ਕੇ ਅਸੀਂ ਤੇ ਨਮਸਕਾਰ ਕਰਨ ਆਏ ਹਾਂ, ਫਿਰ ਕੀ ਲਾਭ? ਜਿਸ ਪਾਰ ਨਹਿ ਉਪਾਏ ਕਿਮ ਹੋਏ, ਤਿਸ ਹਿਤ ਉਤਮ ਕਰ ਹੈ ਕੋਏ। ਜਿੰਦੇ ਬਾਰੇ ਕੋਈ ਉਪਾਅ ਨਹੀਂ ਚੱਲ ਸਕਦਾ, ਕੋਈ ਚਾਰਾ ਹੀ ਨਹੀਂ ਚੱਲ ਸਕਦਾ ਕਿ ਜੋ ਲਿਖਿਆ ਹੋਣਾ ਹੀ ਹੋਣਾ ਹੈ। ਹਾਥ ਜੋਰ ਗੁਰ ਕੇ ਸੰਗ ਕਹਿਓ, ਆਛੈ ਸਗਲ ਆਪ ਕੋ ਲਹਿਓ। ਰਾਜੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਿਹਾ ਕਿ ਸਤਿਗੁਰੂ ਜੀ, ਆਪ ਜੀ ਦੇ ਸਾਰੇ ਆਸੇ ਨੂੰ ਤਾਂ ਮੈਂ ਸਮਝ ਗਿਆ ਹਾਂ, ਪਰ ਵੱਡੇ ਵੱਡੇ ਨਹੀਂ ਸਮਝ ਸਕੇ। ਇਹਨੂੰ ਲੱਗਦਾ ਹੈ ਕਿ ਖਰੀ ਅਰਥ ਸਮਝ ਕੇ ਮੈਂ ਸਮਝ ਗਿਆ। ਕਿਉਂ ਆਪ ਸਿੱਖ ਬਣੋ ਗੁਰ ਧਾਰੋ, ਲਿਖਿਓ ਭਾਗ ਭੋਗੋ ਨਿਰਧਾਰੋ। ਮੰਡੇ ਤੋਂ ਚੱਲ ਕੇ ਆਇਆ ਸੀ ਭਾਈ ਕਲਿਆਣੇ ਦੇ ਨਾਲ ਕਿ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰ ਕਰਕੇ ਚਰਨਾਮ੍ਰਿਤ ਲੈ ਕੇ ਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਹੈ। ਹੁਣ ਰਾਜਾ ਕਹਿੰਦਾ ਸਤਿਗੁਰੂ ਜੀ, ਮੈਂ ਆਪ ਜੀ ਦਾ ਆਸਾ ਸਮਝ ਗਿਆ ਹਾਂ, ਇਸ ਕਰਕੇ ਫਿਰ ਮੈਂ ਹੁਣ ਗੁਰੂ ਕਿਉਂ ਧਾਰਨ ਕਰਾਂ, ਕਿਉਂ ਸਿੱਖ ਬਣਾ? ਕਿ ਜੇ ਪ੍ਰਮਾਤਮਾ ਦੇ ਨਿਰਧਾਰਿਤ ਕੀਤੇ ਹੋਏ ਲਿਖੇ ਹੋਏ ਭਾਗਾਂ ਦੇ ਵਿੱਚ ਉਹ ਭੁਗਣੇ ਪੈਣੇ ਨੇ, ਤੇ ਫਿਰ ਸਿੱਖੀ ਕਿਉਂ ਧਾਰਨ ਕਰਾਂ? ਸਤਿਗੁਰ ਭਣਿਓ ਮਿਟੈ ਜੇ ਨਾਹੀ, ਤੋ ਕਰਤ ਗੁਰ ਆਛੋ ਤਾਹੀ। ਸਤਿਗੁਰੂ ਸੁਣ ਕੇ ਮੁਸਕਰਾਏ ਤੇ ਕਹਿੰਦੇ, ਹੈ ਰਾਜਾ, ਕਿ ਲਿਖਿਆ ਹੋਇਆ ਤੇ ਨਹੀਂ ਮਿਟਦਾ, ਇਹ ਗੱਲ ਤੇ ਪੱਕੀ ਹੈ, ਪਰ ਫਿਰ ਵੀ ਜਿਹੜੇ ਗੁਰੂ ਦੇ ਸ਼ਰਨ ਵਿੱਚ ਆਉਂਦੇ ਨੇ, ਗੁਰੂ ਉਹਨਾਂ ਦੇ ਲਈ ਫਿਰ ਵੀ ਚੰਗਾ ਹੀ ਕਰਦਾ ਹੈ। ਗੁਰੂ ਧਾਰਨ ਕਰਨ ਦੀ ਫਿਰ ਵੀ ਲੋੜ ਹੈ। ਸੰਕਟ ਕਾਟੇ ਸੁਖ ਕੋ ਦੇ, ਆਪਣੋ ਜਾਨ ਬਚਾਏ ਸੋਲੇ। ਗੁਰੂ ਇਸ ਕਰਕੇ ਧਾਰਨ ਕਰਨਾ ਜ਼ਰੂਰੀ ਹੈ ਕਿਉਂਕਿ ਗੁਰੂ ਆਪਣੇ ਸਿੱਖ ਨੂੰ ਆਪਣਾ ਜਾਣ ਕੇ ਉਹਨਾਂ ਦੇ ਸੰਕਟ ਕੱਟ ਦਿੰਦੇ ਨੇ, ਆਪਣਾ ਜਾਣ ਕੇ ਉਹਨਾਂ ਨੂੰ ਬਚਾ ਲੈਂਦੇ ਨੇ। ਲਿਖੋ ਪ੍ਰਭੂ ਕੋ ਸੋ ਭੀ ਰਹੈ, ਭੋਗਤ ਹੀ ਕਲਿਆਣ ਸੁਲਹੈ। ਔਰ ਨਾਲੇ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਕਿ ਇਹ ਰਾਜਨ, ਕਿ ਜੋ ਪ੍ਰਭੂ ਨੇ ਰੱਬ ਨੇ ਲਿਖ ਦਿੱਤਾ ਉਹਨੂੰ ਤਾਂ ਕੋਈ ਨਹੀਂ ਮਿਟਾ ਸਕਦਾ, ਗੁਰੂ ਵੀ ਨਹੀਂ ਮਿਟਾ ਸਕਦਾ। ਜੋ ਪ੍ਰਭੂ ਦਾ ਲਿਖਿਆ ਹੋਇਆ ਉਹ ਵੀ ਰਹਿੰਦਾ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਪਰ ਉਹ ਸਾਰਾ ਕੁਝ ਭੋਗਦਿਆਂ ਹੋਇਆਂ ਵੀ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਦਾ ਫਿਰ ਵੀ ਭਲਾ ਹੁੰਦਾ, ਵੀ ਕਲਿਆਣ ਹੁੰਦਾ ਹੈ। ਗੁਰ ਕਰਨਾ ਤੇ ਪ੍ਰਾਪਤ ਛੇਮ, ਦੋਨੋਂ ਬਿਦ ਕੋ ਹੈ ਇਹ ਨੇਮ। ਔਰ ਨਾਲ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਰਾਜਾ ਦੇਖ, ਰੱਬ ਦਾ ਲਿਖਿਆ ਹੋਇਆ ਨਹੀਂ ਮਿਟਦਾ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੋ। ਪਰ ਗੁਰੂ ਦੇ ਸ਼ਰਨ ਵਿੱਚ ਆਉਣ ਕਰਕੇ ਉਹ ਦੁੱਖ ਘਟ ਜਾਂਦੇ ਨੇ, ਕੱਟੇ ਜਾਂਦੇ ਨੇ। ਔਰ ਗੁਰੂ ਸਾਹਿਬ ਜੀ ਫਿਰ ਕੇਵਲ ਦੁੱਖ ਕੱਟਦੇ ਹੀ ਨਹੀਂ, ਘਟਾਉਂਦੇ ਹੀ ਨਹੀਂ। ਗੁਰੂ ਧਾਰਨ ਕਰਨ ਦਾ ਇਹ ਵੀ ਵੱਡਾ ਲਾਭ ਹੈ ਕਿ ਗੁਰੂ ਪ੍ਰਾਪਤ ਛੇਮ, ਛੇਮ ਦਾ ਅਰਥ ਮੁਕਤੀ, ਕਿ ਗੁਰੂ ਇਹਨਾਂ ਦੋਵਾਂ ਦੇ ਨਾਲ ਨਾਲ ਇਹਨਾਂ ਵਿਕਾਰਾਂ ਤੋਂ ਜਿਹੜੀ ਮੁਕਤੀ ਵੀ ਬਖਸ਼ਦੇ ਨੇ, ਦੁੱਖ ਵੀ ਕੱਟਦੇ ਨੇ, ਲਿਖਿਆ ਹੋਇਆ ਵੀ ਨਹੀਂ ਮਿਟਦਾ, ਤੇ ਗੁਰੂ ਸਾਹਿਬ ਜੀ ਮੁਕਤੀ ਵੀ ਬਖਸ਼ਦੇ ਨੇ। ਸੁਣ ਨਰਿੰਦ ਕੇ ਮਨ ਨਹਿ ਆਈ, ਕਹਿਤ ਕਿ ਦੋਨੋਂ ਕਿਮ ਬਣ ਆਈ। ਕਿਉਂਕਿ ਇਵੇਂ ਦੀਆਂ ਗੱਲਾਂ, ਔਰ ਖ਼ਾਸ ਕਰਕੇ ਜਿਹੜੇ ਅੱਜ ਤੱਕ ਰੁਪਈਏ ਪੈਸੇ ਦੇ ਭਾਰ ਥੱਲੇ ਦੱਬੇ ਹੋਣ, ਮੋਹ ਮਾਇਆ ਦੇ ਭਾਰ ਥੱਲੇ ਦੱਬੇ ਹੋਣ, ਉਹਨਾਂ ਨੂੰ ਫਿਰ ਛੇਤੀ ਕਿਤੇ ਵੀ ਨਹੀਂ ਸਮਝ ਪੈਂਦੀ, ਔਰ ਆਮ ਸਾਡੇ ਵਰਗਿਆਂ ਨੂੰ ਨਹੀਂ ਪੈਂਦੀ। ਰਾਜਾ ਕਹਿੰਦਾ ਕਿ ਸਤਿਗੁਰੂ ਜੀ ਇਹ ਗੱਲ ਮਨ ਵਿੱਚ ਸਮਝ ਨਹੀਂ ਆਈ,
कि दोवें किवें हो सकते हैं। रब का लिखिया होया मिटदा भी नहीं तो गुरु दुख कट भी दिंदा है। लिखियो भाग जे भोगे प्राणी, कहाँ करे तब श्री गुरु ज्ञानी। हुण राजा कहता कि सतगुरु जी प्राणी दे लिखे हुए भाग जिहड़े ने उन्हें भुगने ने, तो फिर गुरु भावें किन्ना भी ज्ञानवान होवे, फिर ज्ञानी गुरु भी की कर सकता है। जे लिखिया होया मिटना ही नहीं, फिर गुरु का ज्ञान की करेगा। जेकार गुर सहायता कीन, लिखियो भाग मिट कर होए शीन। और राजा कहता सतगुरु जी जे गुरु कृपा करन, गुरु सहायता करन, दुख कट देन, दुखों का नाश हो जाए, फिर तो प्रभु का लिखिया होया मतलब मिट गया ना। फिर तो रब के लिखे हुए दे विच गुरु दखल दिंदा है। या ते मन मह नह आवे, दोनों बिद कैसे बने आवे। इस करके राजा कहता कि सतगुरु जी मेरिया तो ये गल्लां मेरी तो समझ में नहीं आउंदियां कि दोवें गल्लां किवें हो सकदियां ने, कि लिखिया होया मिटदा भी नहीं, गुरु सहायता भी करता है। श्री गुर कहियो रहो दिन तीन, जिम हुए दोनों तिम लेहो चीन। सतगुरु जी मुस्कुरा के कहते हैं कि राजन कोई गल नहीं, तू 3 दिन इत्थे रहो, भाई तेनों दोवें चीज़ां विखा दिंदे आ। क्योंकि हुण जे समझावांगे अखरी गल्लां बातां दे नाल ते राजा तेनों समझ नहीं आउणी, तेनों दोवें विखा ही देंगे। देखो जिहड़े विद्वान ने, कथावाचक ने, प्रचारक ने, वो भावें किन्ना भी ज्ञान होवे अखरे ज्ञान दे सकते हैं ना, पर क्योंकि गुरु समर्थ ने, गुरु विखा भी सकते हैं। सतगुरु कहते हैं भाई तेनों प्रैक्टिकली विखावांगे, ये गल्लां तेरी समझ विच आउणियां भी नहीं, तू 3 दिन इत्थे रहो। बहुर सिख गुर घर के बनहो, संसय जितक सगल ही हन हो। इस राजे ने आउंदे सार बेनती की सी, आउंदे सार की चलण तो पहलों ही भाई कल्याणा दे कोल बेनती की सी कि गुरु साहब की सिक्खी सानू दवाओ, चरण पहल दवाओ। सतगुरु कहते नहीं भाई गुरु के सिख फिर बाद में ही बने, क्योंकि जे मन में शंका भी रह गई, सिक्खी भी धारण कर ली, तो फिर 2 गल्लां तो नहीं चलदियां। पहलों अंदर दे सारे शंके दूर करो, जे शंके दूर होणगे, श्रद्धा भावना भरोसा बनेगा, तां सिक्खी धारण करियो। 3 दिन इत्थे रुको। मान बचन सतगुरु को लीन, लियायो भेट सो अर्पण कीन। हुण देखो पहलों अपना शंका दूर करने वास्ते सवाल किते राजे ने। जो गुरु साहब जी कहते 3 दिन रुक, शंके दूर हो जाएंगे। गुरु साहब ने बचना मन्निया, तो फिर जड़ियाँ भेटावां लिया सी अपने मंत्री शंतरी नाल, जिन्हां दे कोल भेटा सी, इशारा किया कि भेटा गुरु साहब के चरणों च रखो। फिर भेटा अर्पण की। मस्तक टेक आए गो डेरे, खान पान कर कह हित केरे। नमस्कार की, कुछ समा होर बचन बिलास किते। फिर राजा मत्था टेके अपने डेरे आ गए, जिथे भाई कल्याणा जी ने शहर के बार खुली थां ते डेरा लवाया सी। इत्थे आके गुरु घर दे विचों लंगर खाना पीना सारा इत्थों गया। उन्हें प्रेम दे नाल जिन्ना छकना सी छकिया, रात आराम किया। देग प्रसाद अच्यो सुख पायो, थिरियो तहा सो दिवस बितायो। कहते लंगर का प्रसादा छकिया, तो प्रसादा छकदे नाल ही बड़ा सुख मिलिया। प्रसादा छक के वो दिन सारा जिहड़ा उत्थे बतीत किया अपने डेरे विच रहा। भई जामनी जब हूँ आए, सहजा पार थिर हैव नर राए। दिन बतीत हो गया, जदों रात पई, रात नूं जो कुछ खाना पीना सी छकिया, और सौण वास्ते जदों बिस्तरे ते पहुंचा, बिस्तरे जाके सौ गया। सुख सो सुप्त्यो नृप बुद्धवान,
ਚੌਂਕੀਦਾਰ ਖਰੇ ਸਵਦਾਨ। ਕਹਿੰਦੇ ਰਾਜਾ ਬੁੱਧੀਵਾਨ ਬੜਾ ਸੀ, ਸਮਝਦਾਰ ਸੀ, ਕਿਉਂਕਿ ਰਾਜ ਭਾਵ ਸੀ। ਅਸਲ ਵਿੱਚ ਜਿਹੜਾ ਕੋਈ ਸ਼ੰਕਾ ਵੀ ਕੀਤਾ ਜਾਂਦਾ ਨਾ, ਸਵਾਲ, ਇਹ ਸਵਾਲ ਵੀ ਸਮਝਦਾਰੀ ਤੋਂ ਬਿਨਾਂ ਕੀਤਾ ਹੀ ਨਹੀਂ ਜਾਂਦਾ। ਸਮਝ ਨਹੀਂ ਲੱਗਦੇ ਕਿ ਕਰੀਏ ਕਿ ਨਾ ਕਰੀਏ, ਪੁੱਛੀਏ ਕਿ ਨਾ ਪੁੱਛੀਏ। ਸਮਝਦਾਰ ਸੀ। ਕਹਿੰਦੇ ਆਰਾਮ ਦੇ ਨਾਲ ਸੁੱਤਿਆ ਔਰ ਬੜੀ ਸੋਹਣੀ ਨੀਂਦ ਆਈ। ਚੌਂਕੀਦਾਰ, ਕਿਉਂਕਿ ਰਾਜਾ ਹੈ, ਚੌਂਕੀਦਾਰ ਪਹਿਰੇਦਾਰ ਜਿਹੜੇ ਸਾਵਧਾਨ ਹੋ ਕੇ ਤੰਬੂ ਦੇ ਚਾਰ ਚੁਫੇਰੇ ਖਲੋਗੇ। ਸੋਵਤ ਜਬ ਗੁਰ ਜਾਮ ਬਿਤਾਏ, ਅਦਭੁਤ ਸੁਪਨੋ ਤਿਹ ਸਿਰ ਆਏ। ਕਹਿੰਦੇ ਸੋਵਤ ਜਬ ਜੁਗ ਜਾਮ ਬਿਤਾਏ, ਸੁੱਤਿਆ ਹੋਇਆ ਜਦੋਂ ਦੋ ਪੈਰ ਬਤੀਤ ਹੋ ਗਏ। ਔਰ ਦੋ ਪੈਰ ਆਪ ਸਮਝ ਲਓ ਕਿ ਰਾਤ 12, 12:30, 1 ਦਾ ਸਮਾਂ ਹੋਏਗਾ। ਅੱਧੇ ਰਾਤ ਜਦੋਂ ਨਿਕਲ ਗਏ, ਦੋ ਪੈਰ ਬਤੀਤ ਹੋ ਗਏ, ਤੇ ਇਹਨੂੰ ਇੱਕ ਸੁਪਨਾ ਆਇਆ। ਔਰ ਸੁਪਨਾ ਵੀ ਬੜਾ ਹੀ ਅਦਭੁਤ, ਬੜਾ ਹੀ ਹੈਰਾਨ ਕਰਨ ਵਾਲਾ ਆਇਆ। ਆਪਣੋ ਰਾਜ ਭੋਗ ਬ੍ਰਿਧ ਹੋਵਾ, ਬਧਿਓ ਕੁਟੁੰਬ ਸਗਰ ਹੀ ਜੋਵਾ। ਤੇ ਸੁਪਨੇ ਦੇ ਵਿੱਚ ਰਾਜਾ ਕੀ ਵੇਖ ਰਿਹਾ ਹੈ ਕਿ ਜਿਵੇਂ ਮੰਡੀ ਦਾ ਇਹ ਰਾਜਾ ਹੈ, ਆਪਣਾ ਸਾਰਾ ਰਾਜ ਇਹਨੇ ਭੋਗਿਆ, ਸਾਰੀ ਉਮਰ ਭੋਗਦਾ ਰਿਹਾ, ਬੁੱਢਾ ਹੋ ਗਿਆ, ਪਰਿਵਾਰ ਇਹਦਾ ਕੁਟੁੰਬ ਬੜਾ ਵੱਡਾ ਵਧਿਆ। ਪੁੰਨ ਮ੍ਰਿਤ ਹੋਏ ਗਇਓ ਇਸ ਕਾਲ, ਰਜਤਾਨੇ ਪਾ ਸ਼ੋਕ ਵਿਸਾਲ। ਤੇ ਸੁਪਨੇ ਵਿੱਚ ਵੇਖ ਰਿਹਾ ਹੈ ਕਿ ਬਜ਼ੁਰਗ ਹੋਣ ਤੋਂ ਬਾਅਦ ਮੇਰੀ ਮੌਤ ਹੋ ਗਈ। ਔਰ ਇਹਨੂੰ ਮੌਤ ਤੋਂ ਬਾਅਦ ਦਾ ਵੀ ਸੁਪਨਾ ਦਿਸ ਰਿਹਾ ਹੈ ਕਿ ਸਾਰੀ ਮੰਡੀ ਰਾਜਧਾਨੀ ਦੇ ਵਿੱਚ ਸ਼ੋਕ ਫੈਲ ਗਿਆ। ਸਭ ਕੋ ਰੁਦਤ ਤਿਆਗ ਕਰ ਗਇਓ, ਘਰ ਚੰਡਾਲ ਜਨਮ ਪੁਣ ਲਿਓ। ਕਹਿੰਦੇ ਰਾਜੇ ਨੂੰ ਸੁਪਨੇ ਵਿੱਚ ਲੱਗ ਰਿਹਾ ਕਿ ਸਾਰੇ ਰੋਂਦੇ ਪਏ ਨੇ, ਰਾਣੀਆਂ ਰੋ ਰਹੀਆਂ ਨੇ, ਧੀਆਂ ਪੁੱਤਰ ਅੱਗੇ ਪੋਤਰੇ ਵੀ ਨੇ, ਉਹ ਰੋ ਰਹੇ ਨੇ, ਸਾਰਿਆਂ ਨੂੰ ਰੋਂਦੇ ਹੋਏ ਛੱਡ ਕੇ ਚਲਾ ਗਿਆ। ਔਰ ਸੁਪਨੇ ਦੇ ਵਿੱਚ ਅਗਲਾ ਜਨਮ ਹੋਇਆ, ਔਰ ਜਨਮ ਚੰਡਾਲ ਦੇ ਘਰ ਹੋ ਗਿਆ। ਕਰੇ ਦੁਲਾਰਣ ਸੁਤ ਕਹਿ ਸੋਏ, ਖਾਣ ਪਾਣ ਕਰ ਬ੍ਰਿਧ ਤਹਿ ਹੋਏ। ਕਹਿੰਦੇ ਚੰਡਾਲ ਦੇ ਘਰ ਜਨਮ ਹੋਇਆ ਰਾਜੇ ਨੂੰ। ਉਹ ਜਨਮ ਦੀ ਵੀ ਸੁਧੀ ਹੈ ਕਿ ਜਿਹੜੀ ਚੰਡਾਲਣੀ ਉਹਦੀ ਮਾਂ ਹੈ, ਬੜਾ ਪਿਆਰ ਕਰਦੀ ਹੈ, ਖਵਾਉਂਦੀ ਹੈ ਕਿ ਪੁੱਤਰ ਖਾ, ਵੱਡਾ ਹੋਏਗਾ। ਕਿਉਂਕਿ ਚੰਡਾਲ ਹੈ, ਕਸਾਈ ਬਣਨਾ, ਚੰਗਾ ਖਾਏਗਾ, ਸਰੀਰ ਤਾਂ ਹੀ ਚੰਗਾ ਹੋਏਗਾ, ਹੌਸਲਾ ਵੀ ਤਾਂ ਆਏਗਾ। ਜਬ ਸੰਮਤ 10 ਕੋ ਹੋਏ ਗਇਓ, ਉਤਸਵ ਤੇ ਵਿਆਹ ਤਹ ਭਇਓ। ਚੰਡਾਲ ਦੇ ਘਰ ਜਨਮ ਹੋਇਆ ਨੂੰ 10 ਸਾਲ ਸੁਪਨੇ ਵਿੱਚ ਬਤੀਤ ਹੋ ਗਏ। ਔਰ ਜਦੋਂ 10 ਸਾਲ ਦਾ ਹੋਇਆ, ਘਰ ਵਾਲਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਵਿਆਹ ਕਰ ਦਿੱਤਾ। ਬੰਦਪ ਸੰਗ ਬ੍ਰਿਧ ਚੰਡਾਲ, ਗਾਇਨ ਬਾਦਤ ਕੀਨ ਵਿਸਾਲ। ਹੁਣ ਵਿਆਹ ਹੈ, ਭਾਵੇਂ ਚੰਡਾਲ ਦਾ ਹੀ ਹੋਵੇ, ਖੁਸ਼ੀਆਂ ਤੇ ਹੈ। ਰਿਸ਼ਤੇਦਾਰ ਇਕੱਠੇ ਹੋਏ, ਬੜੀ ਵੱਡੀ ਪੱਧਰ ਤੇ ਗਾਉਣਾ ਵਜਾਉਣਾ ਹੋਇਆ। ਬਹੁ ਪ੍ਰਸੰਨਤਾ ਤਿਨ ਮੈਂ ਹੋਈ, ਕਰਕੇ ਵਿਆਹੋ ਮੇਲ ਸਭ ਕੋਈ। ਬੜੇ ਖੁਸ਼ ਹੋਏ, ਇੱਕ ਦੂਜੇ ਨੂੰ ਮਿਲ ਕੇ ਵਿਆਹ ਹੋ ਗਿਆ। ਰਿਸ਼ਤੇਦਾਰ ਆਏ, ਵਿਆਹ ਤੋਂ ਬਾਅਦ ਆਪੋ ਆਪਣੇ ਥਾਈਂ ਚਲੇ ਗਏ। ਆਏ ਸਤਨ ਮੈਂ ਬਸਨੇ ਲਾਗਿਓ, ਨਿਜ ਪਰਿਵਾਰ ਸੰਗ ਅਨੁਰਾਗਿਓ। ਇਹ ਚੰਡਾਲ ਸੁਪਨੇ ਵਿੱਚ ਹੀ ਆਪਣੇ ਘਰ ਆਇਆ, ਆਪਣੇ ਪਰਿਵਾਰ ਦੇ ਨਾਲ, ਘਰ ਵਾਲੀ ਦੇ ਨਾਲ ਘਰ ਦੇ ਵਿੱਚ ਵਸਣ ਲੱਗਿਆ। ਇਸੇ ਰੇਤ ਬੀਤਿਓ ਚਿਰਕਾਲ, ਭਇਓ ਤੁਰਨ ਬਲਵਾਨ ਵਿਸਾਲ। ਇਸੇ ਤਰ੍ਹਾਂ ਸੁਪਨੇ ਵਿੱਚ ਬਹੁਤ ਲੰਮਾ ਸਮਾਂ ਫਿਰ ਬੀਤ ਗਿਆ ਕਿ ਇਹ ਜਿਹੜਾ ਰਾਜਾ ਚੰਡਾਲ ਦੇ ਘਰ ਜਨਮ ਹੋਇਆ, ਹੁਣ ਭਰ ਜਵਾਨੀ ਵਿੱਚ ਆਇਆ, ਸਰੀਰ ਤਾਕਤਵਰ ਹੋ ਗਿਆ। ਪੁੱਤਰ ਸੁਤਾ ਉਤਪਤ ਗਣ ਕਰੇ, ਤਿੰਨ ਕੋ ਵਿਆਹੋ ਉਤਸਵ ਧਰੇ। ਜਵਾਨ ਹੋਇਆ, ਅੱਗੇ ਧੀਆਂ ਪੁੱਤਰ ਹੋਏ। ਸਮਾਂ ਹੋਰ ਸੁਪਨੇ ਦੇ ਵਿੱਚ ਚੱਲਦਾ ਗਿਆ ਕਿ ਉਹ ਵੀ ਵੱਡੇ ਹੋਏ, ਧੀਆਂ ਪੁੱਤਰਾਂ ਦਾ ਵੀ ਵਿਆਹ ਕਰ ਦਿੱਤਾ। ਕੋ ਵਿਸਾਲ ਕੋ ਲਘੂ ਹੈ ਨੰਦ, ਕੇਤਕ ਤਨੀਆਂ ਭਈ ਬਿਲੰਦ। ਕੋਈ ਵੱਡਾ ਪੁੱਤਰ ਸੀ, ਕੋਈ ਛੋਟਾ ਪੁੱਤਰ ਸੀ, ਕਈ ਇਹਦੀਆਂ ਧੀਆਂ ਸੁਪਨੇ ਦੇ ਵਿੱਚ ਹੀ। ਸਭ ਕੋ ਵਿਆਹ ਵਧਿਓ ਪਰਿਵਾਰਾ, ਪੁੱਤਰ ਪੁੱਤਰ ਹਿਰਤ ਹਿਤ ਭਾਰਾ। ਜਿੰਨੇ ਪੁੱਤਰ ਸਨ, ਧੀਆਂ ਸਨ, ਸਾਰਿਆਂ ਦਾ ਵਿਆਹ ਹੋ ਗਿਆ। ਸਾਰਿਆਂ ਦੇ ਘਰ ਅੱਗੇ ਫਿਰ ਔਲਾਦ ਹੋਈ। ਇਹਦੇ ਪੁੱਤਰ
अगे पोतरे पोतियां दोते दोतियां भी हो गए। हर कसोग धारत तिन माही, दुख सुख देखत औद निभाही। जिवें घर परिवारां विच कदे सुख कदे दुख, कदे खुशी कदे गमी, इस सुपने दे विच सारा कुछ वेखदा है। सारी उम्र दे सुपने विच बतीत हुई। जन्म चंडाल पाए कर भोगा, भयो मृतक तह ते वध सोगा। कहते चंडाल दे घर भी जन्म लैके सुपने विच सारा भोग लिया, बुढ़ा हो गया, आखिर दी मौत हो गई। परिवार फिर उस तरह ही दुखी हो रहा, रो रहा है। रुदत सुनत फिर लापत दारा, हे पत तोर अदक परिवारा। ये सुपने विच वेख रहा कि मेरी मौत हो गई, पर मौत तो बाद भी मैं वेख रहा घर वाली रोंदी है, विरलाप करती है कि हे पति देव तेरा बड़ा वड्डा परिवार है, तू छड्ड के चला कित्थे गया। ते कल्ले धियां पुत्र परिवार भी नहीं। कहते गन शूकर है पारण कीने, कुकर खरे अह तन पिने। कि आ देख तू इन्ने सूर अपने हथी पाले, ये किन्ने सारे कुत्ते ने इन्हों अपने हथी पाले। ये भी सारे रो रहे ने, कुरला रहे ने, ये भी जिवें अनाथ होके खड़े ने। सब प्रतीखणा तेरी तरह, कित चल गयो दृष्ट नह परै। ते चंडाल दे घर वाले रोंदी हुई कह रही है कि देख सारे ये तेरे धिया पुत्र दोते दोतियां पोते पोतियां, ये सूर कुत्ते पशु जिन्ने पाले ने सारे इंतजार करते हैं, चला कित्थे गया है। कहन तो भाव के विरलाप करते नज़र नहीं आता, तू आउंदा क्यों नहीं, सारे इंतजार करते हैं। इम कुटुंब रोदत दुख छाडो, लेकर वहर गए तर कड्डो। कहते इस तरह घर परिवार जियां नूं रोंदे होया ये छड्ड गया। घर वालियां ने जाके बाहर लाश नूं दफना दिता। ते सब सुपनो पाए नरंद, जाग उठ्यो बिसमाए बिलंद। हुण एडा भयानक सुपना कह लईए, 2 वारी मौत होवे जिंदी अपनी मौत आप वेखदा होवे, और किते ना किते भावें है तो सुपना ही हुंदा है, पर इवें दा सुपना आवे तो शरीर ते असर अपना जरूर कोई ना कोई छड्डदा है। घबरा के बंदा उठे, कई बार रंग ही उड्डिया हुंदा है, बोले सुके हुंदे ने कि लियाओ कोई पानी पियाओ, डर गया है। इहदा रंग पीला पै गया, बुल सुके हुए ने, एकदम डर के उठिया। कितक काल सोचत ही रहियो, यह दूर सुपन कहाँ तय लहियो। कहते उठ के बैठ गया और कितना समा बैठ के सोचते रहा कि यह दुर सुपन कहाँ मैं लहियो, कि एडा गंदा सुपना, एडा खतरनाक सुपना है, मैं किवें वेख लिया। भई प्रभात सिख एक गयो, गुर को हुक्म सुनावत भयो। और अद्धे रात तो बाद जदों जाग खुली फिर नींद कित्थे आउणी सी, कि डरिया होया बस उस तो बाद उठ के बैठ गया। दिन का छड़ा चढ़ गया, उधरों आसा की वार का भोग पा दिता गया। गुरु का सिख राजे को चल के आया, गुरु साहब का हुक्म आके सुनाया। हेत अखेर खिल बेचहियो, चले संग गुर ऐसे कहियो। हुण सिख ने आके गुरु साहब का हुक्म सुनाया कि हे राजा, सतगुरु जी कहते हैं गुरु साहब जी शिकार खेडना चाहते हैं, उन्होंने नाल चलो। इस तरह गुरु साहब का हुक्म है। और देखो धन गुरु अर्जन देव जी असल में, क्योंकि इतिहास में बहुत घट आया है, पर गुरु साहब जी नेजेबाजी, तलवारबाजी, तीर अंदाज, ये सारे शस्त्र विद्या के पूरी तरह निपुण सन। और है तो गुरु साहब के कोतक कि भावें कई विद्वान इस साखी को गुरु हरगोबिंद साहब नाल भी जोड़ते हैं कि शिकार खेडण ते हो जाते सन, पर है असल में कौतक। गुरु साहब का हुक्म आया कि भाई शिकार खेडण जाना है, तुसीं साडे नाल चलो। सुन कै कर शनान नृप तबै, तुरंग अरूड़ियो ले दल सबै।
गुरु साहब का हुक्म सुन के राजा जिहड़ा सी बड़ा चा चढ़िया कि गुरु साहब जी भी शिकार खेडते हैं। शिकार खेडन जाना, राजे ने इशनान पानी किया, तैयार होया, घोड़े ते चढ़ा, अपने नाल कुछ सैनिक ने लए, चढ़ के पुर अंतर को आए, तहते सतगुर संग मिलाए। ये कुछ सैनिक नाल लैके घोड़े ते चढ़िया, ਅੰਮ੍ਰਿਤਸਰ नगर ਦੇ ਵਿੱਚ ਆਇਆ। ਇੱਥੋਂ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਾਲ ਲਿਆ ਹੈ। ਚਿਤਵਤ ਚਿਤ ਦੁਰ ਸੁਪਨ ਵਿਸਾਲਾ, ਕਹਿ ਨਾ ਸਕੇ ਮੁਖ ਤੇ ਤਿਸ ਕਾਲਾ। ਹੁਣ ਇਸ ਰਾਜੇ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਾਲ ਲਿਆ ਹੈ। ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਨੇ, ਨਾਲ ਕੁਝ ਸਿੱਖ ਨੇ, ਰਾਜੇ ਦੇ ਸੈਨਿਕ ਨੇ, ਜੰਗਲ ਵਾਲੇ ਪਾਸੇ ਜਾਂਦੇ ਨੇ। ਉਹ ਰਾਜਾ ਬਾਰ-ਬਾਰ ਰਾਤ ਦੇ ਸੁਪਨੇ ਵਾਸਤੇ ਸੋਚਦਾ ਹੈ ਬਾਰੇ 'ਚ कि ये सुपना जे आया तो इहदा मतलब की है, क्यों आया। पर हुण गुरु साहब जी के कोलों कुछ झकदा भी कह भी नहीं सकता कि किवें कवां, है तो सुपना ही, पर यह सुपना परेशान बार बार कर रहा है। बदन मलेन हुक्म को माना, ले सतगुरु को संग पियाना। असल विच मलेन मुख भाव के अंदर जिहड़ी वो खुशी नहीं शिकार ते जाण वाली उन्नी। ये बार बार जिहड़ा सुपना तंग करदा, पर गुरु साहब का हुक्म मन्निया, गुरु साहब जी नूं नाल लैके चल पिया। खेलण करो अखेर कनेरा, गुर जी हथों मृगण कर घेरा। हुण सतगुरु जी दे नाल जांदे जांदा राजा गुरु साहब जी नाल गल्लां बातां करदा जांदा है कि सतगुरु जी अज वेखो मैं किवें शिकार खेडदा, सतगुरु जी अज वेखो सारिਆਂ ਦੇ ਸਾਹਮਣੇ मैं किवें हिरणां ਨੂੰ मारदा। अस तुहाई कर करूं संघार, बाजण ते पंछी लिओ मार। घोड़े नूं भजा भजा के हिरणां नूं घेर घेर के मैं शिकार खेडांगा, उन्हां नूं मारांगा। आ देखो मेरे कोल किन्ने बाज, ये बाज छड्डांगा, बाजां दे नाल कईयां पंछियां दा भी शिकार करांगा। मग मह गमनत जात सुनावत, देखो आज जिथा मैं कहावत। और कईयां नूं अपनी वडियाई सुननी बड़ी सोहनी लगती है, और कई अपनी वडियाई आप ही करके बहुते खुश होंदे ने। इस तरह राजा अपनी वडियाई आप ही कर रहा है। राज विच जांदे जांदे गुरु साहब नूं सुना के कहंदा कि देखो आज जथा मैं कहावत, वेखदे रहो कि जिवें अज मैं शिकार करांगा, मेरे शिकार खेडण दे चर्चे बड़े ने। गए दूर के तक उदयाना, निकस्यो हरण नृपत अगवाना। हुण शिकार खेडदे जंगल दे विच बहुत अगे दूर तक चले गए। शिकार कोई आया नहीं, पर बहुत अगे जाके कि हिरन इस राजे के सामने घोड़े दे अगों भज के निकलिया। सबको बरजिया पहे तहायो, बड़े बेग ते तरंग उठायो। कहते राजे ने सारे अपने बंदियां नूं रोक दिता, और कहते सतगुरु जी देखो इस हिरन नूं मैं ही मारांगा। अपने सैनिकां नूं रोक दिता, घोड़े नूं बड़े तेज भजाए हिरन का पिछा करने वास्ते। लग्यो गैल दौरे जुगे ऐसे, पवन गौण पीछे किए जैसे। और हिरन दौड़दा बड़ी तेज है, पर घोड़ा भी घट नहीं से, घोड़ा भी बड़ी तेज भजे। दोवें इन्नी दौड़ भजदे ने, इन्नी तेज भजदे ने कि जिवें हवा दे नाल गल्लां करदे होण। पुरते कोस 10 को लो गयो, मृग दौरत को हथ कर लयो। भजदिया भजदिया ये जिहड़ा हिरन सी उस थां तो 10 को अगे होर जंगल विच लै गया। पर 10 को ते जाके इस राजे ने उस हिरन का शिकार कर लिया, उन्हें मार लिया। भयो त्रिखातुर मुख कुमलावा, पाछे ते भट कोई न आवा। एक तो सैनिकां नूं रोक दिता सी पिछे नहीं आउणा, ते दूजा घोड़ा इन्नी तेज भजाया कि पिछों सैनिक कोई नहीं आए। गर्मी दे दिन सन, राजे दे बुल जिहड़े ने प्यास नाल सुके, बड़ा व्याकुल होया कि पानी हुणे कितों मिले। ये तो फिर कह हिरन करियो, दूर जाए एक ग्राम निहरियो।
कहते राजे ने इधर उधर देखा कि तो पानी मिले, पर वेखते वेखते कुछ दूरी ते जाके एक पिंड नजर आया। तिसके निकट वृक्ष को देखा, उतर पर्यो पास श्रमत वसेखा। पिंड तो बाहर कहते कि इन्हें रुख देखा, बड़ा संघड़ा रुख है, इनके नेड़े कुछ पानी भी है। राजा थकिया होया से ते रुख नूं पानी नूं वेख के उतर गया। तर के संग बांध कर घूरा, तहकते निकट नेर को टोरा। कहते उस संघड़े रुख के थले घोड़े नूं बन्निया ते इधर उधर वेख के कितने पानी जरूर होएगा, पानी लभ्या। पिख जल को कर चरण पखारे, पुन पी कर निज त्रिखा निवारे। पानी साफ सी, इन्हें पानी नूं देखिया, हथ मूँह धोता, उथों पानी छकिया। वस्त्र बिछाए बैठ कर तहाँ, तर के तरे संगणी छाया। श्रमत नृपत को मन बिरमाया। हुण एक रुख की छां ठंडी सी संघनी, दूजा गर्मी धुप बड़ी सी। दोपहर का समा हो गया, संघनी छां नूं वेख के राजा थक भी गया सी ते कुछ लालच आ गया कि छां दा कुछ आनंद माणीए, दोपहर इत्थे ना कट लवां। वस्त्र बिछाए बैठ कर तहाँ, श्रमत घाम ते सुख लह महा। राजे ने घोड़े के उत्ते एक कपड़ा लाया काठी चो, वो कपड़ा विछाया उत्ते बैठ गया और बड़ा इनू आनंद मिलिया, खुशी मिली जी, ठंडी छां है। जबे तपत थोड़ी होए जाए, पुन चढ़बो वस मन ठहराए। ते राजा सोचता कि कोई गल नहीं, जो धुप थोड़ी घट जाएगी, दोपहर ढल जाएगी, फिर ही अगे नूं चलांगे, उदों तक इत्थे रुकना। संगी आए मिलेंगे मोही, तब लो छाया मह सुख होही। आपे पिछे सिपाही ने, संगी साथी ने, उदों तक वो भी आके मिल जाएंगे, लभदे लभाउंदे आ जाएंगे। उदों तक मैं इस छां दा आनंद मानना, सुख मानदा हाँ। पिछे श्री अर्जन भट संग, जात उरूड़े सगल तुरंग। पिछे पिछे धन गुरु अर्जन देव जी और राजे के सारे सैनिक, गुरु साहब के कुछ सिख सूरमियां दे नाल सवार होके आ रहे ने, राजे नूं वेख रहे ने। भावें गुरु साहब जी जानते ने, पर इस तरह आ रहे ने कि जिवें कुछ नहीं जानते। नाल दे साथी जिहड़े वो राजे नूं लभ रहे ने। नृप को खोज पारखा धरते, सने सने सब गमणियों करते। घोड़े दे खुरां दी खोज करते करते लभदे लभदे हौली हौली सारे इस पासे नूं आए। दोहरा घाम तेज तिशा भयो, खोजत नृप को जात। धुप बड़ी तेज होने करके गर्मी बहुत सी। जेड़े नाल दे साथी ने राजे नूं लभ रहे ने। सेवक सेवा हेत को इत उत फिर उतलात। हुण जेड़े राजे दे सैनिक ने, सेवक ने, वो भी व्याकुल हो गए, इधर उधर लभ रहे ने कि राजा चला किहड़े पासे गया। ये लभदे लभाउंदे जिवें राजे दे कोल आउंदे ने। इत्थे कवि राजे ने ये अध्याय खत्म किया है, अगला अध्याय इत्थों शुरू कर देने, वो आपां कल शुरू करांगे समय के मुताबिक। इतनी बेनती प्रवान करनी है, जो हुई भुलियां दी खिमा। आओ 1-2 मिनट होर रसना दे नाल हाजिरी लवाइए, फिर समाप्ति है जी। वाहेगुरु 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 वाहेगुरु। वाहेगुरु 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 वाहेगुरु।